हेलो गाइस, मैं बिंटू चौधरी cspunjab.com ਤੋਂ ਤਾਂ ਗਾਇਸ ਪ੍ਰੀਵੀਅਸ 2 ਵੀਡੀਓਜ਼ ਪਾਰਟ 1 ਅਤੇ ਪਾਰਟ 2 ਦੇ ਵਿੱਚ ਅਸੀਂ ਐਸਟੀਮਲ ਟੇਬਲ ਨੂੰ ਕਿਸ ਤਰ੍ਹਾਂ ਕ੍ਰੀਏਟ ਕਰਨਾ ਹੈ, ਉਸ ਦੇ ਵਿੱਚ ਕਿਸ ਤਰ੍ਹਾਂ ਬਾਰਡਰ ਲਗਾਉਣਾ ਹੈ, ਉਸ ਦੀ ਹਾਈਟ ਵਿਡਥ ਅਤੇ ਉਸ ਤੋਂ ਇਲਾਵਾ ਅਸੀਂ ਟੇਬਲ ਦੀ ਬੈਕਗ੍ਰਾਉਂਡਸ ਤੇ ਵੀ ਕੰਮ ਕੀਤਾ। ਤਾਂ ਗਾਇਸ ਅੱਜ ਦੀ ਵੀਡੀਓ ਪਾਰਟ 3 ਦੇ ਵਿੱਚ ਅਸੀਂ ਟੇਬਲ ਦੀ ਸੈੱਲ ਪੈਡਿੰਗ, ਸੈੱਲ ਸਪੇਸਿੰਗ, ਐਟਰੀਬਿਊਟ, ਕੋਲਡ ਸਪਿਨ ਐਂਡ ਰੋ ਸਪਿਨ, ਜਿਸ ਨੂੰ ਕਿ ਅਸੀਂ ਮਰਜਿੰਗ ਸੈੱਲ ਦੇ ਨਾਮ ਨਾਲ ਜਾਣਦੇ ਹਾਂ, ਅਤੇ ਉਸ ਤੋਂ ਇਲਾਵਾ ਅਸੀਂ ਟੇਬਲ ਅਤੇ ਸੈੱਲ ਰੋ ਕੋਲਮ ਦੀ ਅਲਾਈਨਮੈਂਟ ਨੂੰ ਸੈੱਟ ਕਰਨਾ ਸਿੱਖਾਂਗੇ। ਅਤੇ ਲਾਸਟ ਦੇ ਵਿੱਚ ਟੇਬਲ ਦੇ ਮੋਸਟ ਇੰਪੋਰਟੈਂਟ ਟੈਗਸ ਟੀ ਹੈਡ, ਟੀ ਬੋਡੀ ਐਂਡ ਟੀ ਫੁੱਟ ਬਾਰੇ ਵੀ ਕੋਡਿੰਗ ਕਰਾਂਗੇ। ਸੈੱਲ ਪੈਡਿੰਗ ਅਤੇ ਸੈੱਲ ਸਪੇਸਿੰਗ ਦੀ ਵਰਤੋਂ ਟੇਬਲ ਸੈੱਲਜ਼ ਵਿੱਚ ਖਾਲੀ ਜਗ੍ਹਾ ਨੂੰ ਐਡਜਸਟ ਕਰਨ ਲਈ ਕੀਤੀ ਜਾ ਸਕਦੀ ਹੈ। ਇਹਨਾਂ ਖਾਲੀ ਸਪੇਸ ਨੂੰ ਵਿਵਸਥਿਤ ਕਰਨ ਲਈ ਟੇਬਲ ਟੈਗਸ ਦੇ ਵਿੱਚ 2 ਐਟਰੀਬਿਊਟ ਸੈੱਲ ਪੈਡਿੰਗ ਅਤੇ ਸੈੱਲ ਸਪੇਸਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤਾਂ ਗਾਇਸ ਅਸੀਂ ਸਾਡੇ ਇਹਨਾਂ ਦੋਨੋਂ ਐਟਰੀਬਿਊਟ ਨੂੰ ਸਾਡੇ ਇਸ ਐਗਜ਼ਾਮਪਲ ਰਾਹੀਂ ਸਮਝਦੇ ਹਾਂ। ਅਸੀਂ ਇੱਕ ਟੇਬਲ ਲਿਆ ਹੈ ਅਤੇ ਉਸ ਦੇ ਅੰਦਰ ਜਾ ਕੇ ਅਸੀਂ ਸੈੱਲ ਪੈਡਿੰਗ 10 ਅਤੇ ਸੈੱਲ ਸਪੇਸਿੰਗ 10 ਸੈੱਟ ਕਰਦੀ ਹੈ। ਤਾਂ ਜਦੋਂ ਅਸੀਂ ਇਸ ਦੀ ਆਊਟਪੁੱਟ ਨੂੰ ਵੇਖਾਂਗੇ ਤਾਂ ਸਾਡੇ ਕੋਲੇ ਇਸ ਤਰ੍ਹਾਂ ਕੁਝ ਬਣ ਕੇ ਆਵੇਗੀ। ਤਾਂ ਗਾਇਸ ਇਸ ਦੇ ਵਿੱਚ ਜੋ ਸਾਡੇ ਕੋਲੇ ਇਹ ਸਪੇਸ ਨਜ਼ਰ ਆ ਰਹੀ ਹੈ ਕੋਲਮ ਦੇ ਅੰਦਰ, ਇਸ ਨੂੰ ਅਸੀਂ ਸੈੱਲ ਪੈਡਿੰਗ ਕਰਨੇ ਹਾਂ। ਇਸੇ ਤਰ੍ਹਾਂ ਜੋ ਸਾਡੇ ਕੋਲੇ ਇਹ ਸਪੇਸ ਨਜ਼ਰ ਆ ਰਹੀ ਹੈ, ਇਸ ਨੂੰ ਅਸੀਂ ਸੈੱਲ ਸਪੇਸਿੰਗ ਦੇ ਨਾਮ ਨਾਲ ਜਾਣਦੇ ਹਾਂ। ਤਾਂ ਗਾਇਸ ਇਹਨਾਂ ਦੋਨੋਂ ਐਟਰੀਬਿਊਟ ਨੂੰ ਹੁਣ ਸਾਡੇ ਐਸਟੀਮਲ ਡਾਕੂਮੈਂਟ ਦੇ ਵਿੱਚ ਸਮਝਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸੈੱਲ ਪੈਡਿੰਗ ਯੂਜ਼ ਕਰ ਲੈਂਦੇ ਹਾਂ। ਉਸ ਦੇ ਅੰਦਰ ਅਸੀਂ ਜਾ ਕੇ 10 ਪਿਕਸਲ ਯੂਜ਼ ਕਰ ਲੈਂਦੇ ਹਾਂ। ਫਾਈਲ ਨੂੰ ਸੇਵ ਕਰਾਂਗੇ, ਸਾਡੇ ਪੇਜ ਨੂੰ ਰੀਲੋਡ ਕਰਾਂਗੇ। ਗਾਇਸ ਅਸੀਂ ਵੇਖ ਸਕਦੇ ਹਾਂ ਜਿਵੇਂ ਅਸੀਂ ਇਸ ਦੇ ਵਿੱਚ ਵੈਲਿਊ ਮੈਂਸ਼ਨ ਕੀਤੀ, ਪੇਜ ਨੂੰ ਰੀਲੋਡ ਕੀਤਾ ਹੈ ਤਾਂ ਸਾਡੇ ਟੇਬਲ ਦੇ ਅੰਦਰ ਜਾ ਕੇ ਸੈੱਲ ਪੈਡਿੰਗ ਸੈੱਟ ਹੋ ਗਈ ਹੈ। ਸੈੱਲ ਪੈਡਿੰਗ ਟੇਬਲ ਸੈੱਲ ਨੂੰ ਫਾਰਮੈਟ ਕਰਨ ਅਤੇ ਸੈੱਲਜ਼ ਦੀ ਦਿੱਖ ਵਧੀਆ ਬਣਾਉਣ ਲਈ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਸੈੱਲ ਪੈਡਿੰਗ ਸੈੱਲ ਦੇ ਅੰਦਰ ਵਾਧੂ ਜਗ੍ਹਾ ਪ੍ਰਦਾਨ ਕਰਦੀ ਹੈ। ਅਸੀਂ ਜਿਵੇਂ ਇਸ ਦੇ ਅੰਦਰ ਜਾ ਕੇ ਸੈੱਲ ਪੈਡਿੰਗ ਯੂਜ਼ ਕੀਤਾ ਤਾਂ ਇਹ ਟੇਬਲ ਦੇ ਅੰਦਰ ਵਾਧੂ ਜਗ੍ਹਾ ਪ੍ਰਦਾਨ ਕਰ ਦਿੱਤੀ ਗਈ ਹੈ। ਇਹ ਐਟਰੀਬਿਊਟ ਸੈੱਲ ਬਾਰਡਰ ਅਤੇ ਸੈੱਲ ਕੰਟੈਂਟ ਦੇ ਵਿਚਕਾਰ ਦੀ ਦੂਰੀ ਐਡਜਸਟ ਕਰਨ ਲਈ ਵਰਤਿਆ ਜਾਂਦਾ ਹੈ। ਬਾਈ ਡਿਫਾਲਟ ਸੈੱਲ ਪੈਡਿੰਗ ਜੋ ਉਸ ਦੀ ਵੈਲਿਊ 1 ਹੁੰਦੀ ਹੈ, ਤੁਸੀਂ ਇਸ ਨੂੰ ਆਪਣੇ ਅਕੋਰਡਿੰਗ ਵਧਾ ਜਾਂ ਘਟਾ ਵੀ ਸਕਦੇ ਹੋ। ਫਾਈਲ ਨੂੰ ਸੇਵ ਕਰਾਂਗੇ ਤੇ ਪੇਜ ਨੂੰ ਰੀਲੋਡ ਕਰਾਂਗੇ ਤਾਂ ਬਾਈ ਡਿਫਾਲਟ ਇਹ ਸਾਡੇ ਕੋਲ ਇਸ ਦੀ ਵੈਲਿਊ ਜੋ ਹੈ 1 ਹੁੰਦੀ ਹੈ। ਨੈਕਸਟ ਅਸੀਂ ਗੱਲ ਕਰਾਂਗੇ ਸੈੱਲ ਸਪੇਸਿੰਗ ਦੀ। ਉਸ ਦੇ ਲਈ ਅਸੀਂ ਸੈੱਲ ਸਪੇਸਿੰਗ ਨਾਂ ਦਾ ਐਟਰੀਬਿਊਟ ਯੂਜ਼ ਕਰਦੇ ਹਾਂ। ਇਸ ਦੇ ਅੰਦਰ ਵੀ ਅਸੀਂ ਅਗਰ 10 ਵੈਲਿਊ ਯੂਜ਼ ਕਰ ਲੈਂਦੇ ਹਾਂ। ਫਾਈਲ ਨੂੰ ਸੇਵ ਕਰਾਂਗੇ ਤੇ ਸਾਡੇ ਪੇਜ ਨੂੰ ਰੀਲੋਡ ਕਰਾਂਗੇ। ਐਸਟੀਮਲ ਵਿੱਚ ਸੈੱਲ ਸਪੇਸਿੰਗ ਐਟਰੀਬਿਊਟ ਟੇਬਲ ਟੈਗ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਹੈ। ਇਹ ਐਟਰੀਬਿਊਟ ਸੈੱਲਜ਼ ਦੇ ਬਾਹਰ ਖਾਲੀ ਜਗ੍ਹਾ ਨੂੰ ਐਡਜਸਟ ਕਰਦਾ ਹੈ। ਸੈੱਲ ਸਪੇਸਿੰਗ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਟੇਬਲ ਸੈੱਲ ਦੇ ਵਿਚਕਾਰ ਖਾਲੀ ਜਗ੍ਹਾ ਨੂੰ ਸੈੱਟ ਕਰ ਸਕਦੇ ਹਾਂ ਅਤੇ ਬਾਈ ਡਿਫਾਲਟ ਸੈੱਲ ਸਪੇਸਿੰਗ 2 ਪਿਕਸਲ ਹੁੰਦੀ ਹੈ ਅਤੇ ਇਸ ਦੀ ਬਾਈ ਡਿਫਾਲਟ ਜੋ ਵੈਲਿਊ ਹੈ ਉਹ ਸਾਡੇ ਕੋਲ 2 ਪਿਕਸਲ ਹੁੰਦੀ ਹੈ। ਸੈੱਲ ਪੈਡਿੰਗ ਦੀ ਸਾਡੇ ਕੋਲੇ ਬਾਈ ਡਿਫਾਲਟ ਵੈਲਿਊ 1 ਹੁੰਦੀ ਹੈ ਅਤੇ ਸੈੱਲ ਸਪੇਸਿੰਗ ਦੀ ਵੈਲਿਊ ਜੋ ਬਾਈ ਡਿਫਾਲਟ ਉਹ 2 ਹੁੰਦੀ ਹੈ। ਤਾਂ ਗਾਇਸ ਇਹ ਸਾਡੇ ਕੋਲੇ ਸੈੱਲ ਪੈਡਿੰਗ ਅਤੇ ਸੈੱਲ ਸਪੇਸਿੰਗ ਹੈ। ਬਾਈ ਡਿਫਾਲਟ ਇਹਨਾਂ ਦੀ ਵੈਲਿਊ 1 ਅਤੇ 2 ਹੁੰਦੀ ਹੈ। ਤੁਸੀਂ ਆਪਣੇ ਅਕੋਰਡਿੰਗ ਇਸ ਨੂੰ ਸੈੱਟ ਕਰ ਸਕਦੇ ਹੋ। ਨੈਕਸਟ ਗੱਲ ਕਰਾਂਗੇ ਸੈਟਿੰਗ ਕੋਲਡ ਸਪਿਨ ਐਂਡ ਰੋ ਸਪਿਨ ਮੀਨਸ ਮਰਜਿੰਗ ਸੈੱਲ। ਸੈੱਲਜ਼ ਨੂੰ ਮਰਜ ਕਰਨ ਦਾ ਮੀਨਸ 2 ਜਾਂ 2 ਤੋਂ ਵੱਧ ਸੈੱਲਜ਼ ਨੂੰ ਜੋੜ ਕੇ ਇੱਕ ਸੈੱਲ ਬਣਾਉਣਾ ਹੁੰਦਾ ਹੈ। ਐਸਟੀਮਲ ਟੇਬਲ ਦੇ ਵਿੱਚ ਕੋਲਡ ਸਪਿਨ ਐਂਡ ਰੋ ਸਪਿਨ ਐਟਰੀਬਿਊਟ ਦੀ ਹੈਲਪ ਨਾਲ ਸੈੱਲਜ਼ ਨੂੰ ਮਰਜ ਕੀਤਾ ਜਾ ਸਕਦਾ ਹੈ। ਇਹ ਐਟਰੀਬਿਊਟ TD ਜਾਂ TH ਟੈਗ ਲਈ ਵਰਤੇ ਜਾਂਦੇ ਹਨ। ਜੇਕਰ ਅਸੀਂ ਕੋਲਡ ਸਪਿਨ ਦੀ ਗੱਲ ਕਰੀਏ ਤਾਂ ਅਸੀਂ TD ਟੈਗ ਦੇ ਅੰਦਰ ਜਾ ਕੇ ਇਸ ਕੋਲਡ ਸਪਿਨ ਐਟਰੀਬਿਊਟ ਦੀ ਵਰਤੋਂ ਕੁਝ ਇਸ ਤਰ੍ਹਾਂ ਕਰਦੇ ਹਾਂ ਤਾਂ ਇਸ ਦੀ ਆਊਟਪੁੱਟ ਸਾਡੇ ਕੋਲ ਕੁਝ ਇਸ ਤਰ੍ਹਾਂ ਆਵੇਗੀ। ਜਦੋਂ ਅਸੀਂ ਸਾਡੇ TD ਜਾਂ TH ਟੈਗ ਦੇ ਅੰਦਰ ਜਾ ਕੇ ਇਸ ਐਟਰੀਬਿਊਟ ਦੀ ਯੂਜ਼ ਕਰਦੇ ਹਾਂ, 3 ਵੈਲਿਊ ਦਾ ਮੀਨਸ ਹੈ ਅਸੀਂ 3 ਸੈੱਲਜ਼ ਨੂੰ ਇੱਕ ਕਰ ਰਹੇ ਹਾਂ। ਇਹਨਾਂ 3 ਸੈੱਲ ਨੂੰ ਅਸੀਂ ਮਰਜ ਕਰ ਰਹੇ ਹਾਂ। ਜੇਕਰ ਅਸੀਂ ਇਸ ਜਗ੍ਹਾ ਤੇ 2 ਵੈਲਿਊ ਮੈਂਸ਼ਨ ਕਰਦੇ ਤਾਂ ਸਾਡੇ ਕੋਲੇ 2 ਸੈੱਲ ਮਰਜ ਹੋ ਜਾਂਦੇ। ਜੇਕਰ ਅਸੀਂ ਇਸ ਜਗ੍ਹਾ ਤੇ ਆ ਕੇ ਅਸੀਂ 3 ਵੈਲਿਊ ਯੂਜ਼ ਕਰ ਰਹੇ ਹਾਂ ਤਾਂ ਇਸ ਜਗ੍ਹਾ ਤੇ ਹੁਣ ਸਾਡੇ 3 ਸੈੱਲ ਮਰਜ ਹੋ ਜਾਣਗੇ। ਤਾਂ ਗਾਇਸ ਇਸ ਐਗਜ਼ਾਮਪਲ ਨੂੰ ਸਾਡੇ ਐਸਟੀਮਲ ਕੋਡ ਰਾਹੀਂ ਸਮਝਦੇ ਹਾਂ। ਤਾਂ ਗਾਇਸ ਅਸੀਂ ਗੱਲ ਕਰ ਰਹੇ ਸੀ ਕੋਲਡ ਸਪਿਨ।
ਜੇ ਅਸੀਂ 2 ਜਾਂ 2 ਤੋਂ ਵਧੇਰੇ ਸੈੱਲ, ਇਹ ਸਾਡੇ ਕੋਲੇ 2 ਜਾਂ 2 ਤੋਂ ਵਧੇਰੇ ਸੈੱਲਸ ਨੂੰ ਜੋੜ ਕੇ ਇੱਕ ਸਿੰਗਲ ਸੈੱਲ ਬਣਾਉਣਾ ਚਾਹੁੰਦੇ ਹਾਂ ਤਾਂ ਅਸੀਂ ਕੋਲਸਪੇਨ ਐਟਰੀਬਿਊਟ ਦੀ ਵਰਤੋਂ ਕਰਾਂਗੇ। ਕੋਲਸਪੇਨ ਐਟਰੀਬਿਊਟ ਦੀ ਘੱਟੋ ਘੱਟ ਵੈਲਿਊ 2 ਹੁੰਦੀ ਹੈ। ਜੇ ਅਸੀਂ 2 ਜਾਂ 2 ਤੋਂ ਵਧੇਰੇ ਸੈੱਲਸ ਨੂੰ ਜੋੜ ਕੇ ਇੱਕ ਸਿੰਗਲ ਸੈੱਲ ਬਣਾਉਣਾ ਚਾਹੁੰਦੇ ਹਾਂ ਤਾਂ ਉਸ ਸਮੇਂ ਅਸੀਂ ਕੋਲਸਪੇਨ ਐਟਰੀਬਿਊਟ ਦੀ ਵਰਤੋਂ ਕਰਦੇ ਹਾਂ। ਫੋਰ ਐਗਜ਼ਾਮਪਲ ਅਸੀਂ ਇਹਨਾਂ ਦੋਨੋਂ ਸੈੱਲਸ ਨੂੰ ਆਪਸ ਵਿੱਚ ਜੋੜ ਕੇ ਇੱਕ ਸੈੱਲ ਬਣਾਉਣਾ ਚਾਹੁੰਦੇ ਹਾਂ ਤਾਂ ਗਾਇਸ ਉਸ ਲਈ ਅਸੀਂ ਕੋਲਸਪੇਨ ਯੂਜ਼ ਕੀਤਾ ਅਤੇ ਇਸ ਦੀ ਵੈਲਿਊ ਨੂੰ ਅਸੀਂ ਇਸ ਜਗ੍ਹਾ ਤੇ ਮੈਂਸ਼ਨ ਕਰ ਲਾਂਗੇ। ਫੋਰ ਐਗਜ਼ਾਮਪਲ ਅਸੀਂ 2 ਸੈੱਲ ਨੂੰ ਜੋੜਨਾ ਚਾਹੁੰਦੇ ਹਾਂ ਤਾਂ ਅਸੀਂ ਕੋਲਸਪੇਨ ਐਟਰੀਬਿਊਟ ਦੇ ਅੰਦਰ ਜਾ ਕੇ ਅਸੀਂ 2 ਵੈਲਿਊ ਨੂੰ ਯੂਜ਼ ਕਰਾਂਗੇ। 2 ਅਸੀਂ ਵੈਲਿਊ ਇਸ ਲਈ ਯੂਜ਼ ਕੀਤੀ ਹੈ ਕਿਉਂਕਿ ਅਸੀਂ 2 ਸੈੱਲਾਂ ਨੂੰ ਜੋੜਨਾ ਚਾਹੁੰਦੇ ਹਾਂ। ਜੇ ਅਸੀਂ 3 ਨੂੰ ਜੋੜਨਾ ਚਾਹੁੰਦੇ ਤਾਂ ਅਸੀਂ ਇਸ ਜਗ੍ਹਾ ਤੇ ਆ ਕੇ 3 ਵੈਲਿਊ ਯੂਜ਼ ਕਰਦੇ। ਸਾਡੇ ਫਾਈਲ ਨੂੰ ਸੇਵ ਕਰਾਂਗੇ ਤੇ ਸਾਡੇ ਪੇਜ ਨੂੰ ਰੀਲੋਡ ਕਰਾਂਗੇ ਤਾਂ ਗਾਇਸ ਅਸੀਂ ਵੇਖ ਸਕਦੇ ਹਾਂ ਅਸੀਂ 2 ਸੈੱਲਾਂ ਤੋਂ ਹੁਣ ਇੱਕ ਸੈੱਲ ਬਣਾ ਲਿਆ ਹੈ। ਤਾਂ ਗਾਇਸ ਇਸ ਦੀ ਬੈਟਰ ਆਊਟਪੁੱਟ ਦੇ ਲਈ ਅਸੀਂ ਇਸ ਨੂੰ ਇੱਕ ਰਿਮੂਵ ਕਰ ਲੈਂਦੇ ਹਾਂ, ਫਾਈਲ ਨੂੰ ਸੇਵ ਕਰਾਂਗੇ ਤੇ ਪੇਜ ਨੂੰ ਰੀਲੋਡ ਕਰਾਂਗੇ। ਬਾਈ ਡਿਫਾਲਟ ਕੋਲਸਪੇਨ ਐਟਰੀਬਿਊਟ ਦੀ ਵੈਲਿਊ 2 ਹੁੰਦੀ ਹੈ, ਤੁਸੀਂ ਇਸ ਨੂੰ ਚੇਂਜ ਕਰ ਸਕਦੇ ਹੋ। ਫੋਰ ਐਗਜ਼ਾਮਪਲ ਸਾਡੇ ਕੋਲੇ ਇਸ ਸਮੇਂ 3 ਸੈੱਲ ਹਨ ਤਾਂ ਇਸ ਜਗ੍ਹਾ ਤੇ ਆ ਕੇ ਅਸੀਂ ਹੁਣ 3 ਵੈਲਿਊ ਯੂਜ਼ ਕਰ ਲੈਂਦੇ ਹਾਂ, ਫਾਈਲ ਨੂੰ ਸੇਵ ਕਰਾਂਗੇ ਤੇ ਪੇਜ ਨੂੰ ਰੀਲੋਡ ਕਰਾਂਗੇ। ਤਾਂ ਗਾਇਸ ਇਸ ਤਰ੍ਹਾਂ ਕੋਲਸਪੇਨ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਘੱਟੋ ਘੱਟ 2 ਜਾਂ 2 ਤੋਂ ਵੱਧ ਸੈੱਲਾਂ ਤੋਂ ਜੋੜ ਕੇ ਇੱਕ ਸਿੰਗਲ ਸੈੱਲ ਬਣਾਉਣਾ ਹੁੰਦਾ ਹੈ, ਉਸ ਸਮੇਂ ਅਸੀਂ ਇਸ ਤਰ੍ਹਾਂ ਕੋਲਸਪੇਨ ਐਟਰੀਬਿਊਟ ਦੀ ਵਰਤੋਂ ਕਰਦੇ ਹਾਂ। ਤਾਂ ਨੈਕਸਟ ਸਾਡੇ ਕੋਲੇ ਰੋਸਪੇਨ ਐਟਰੀਬਿਊਟ ਆਉਂਦਾ ਹੈ। ਰੋਸਪੇਨ ਐਟਰੀਬਿਊਟ ਦੀ ਗੱਲ ਕਰੀਏ ਤਾਂ ਇਹ ਵੀ ਸਾਡੇ TD ਜਾਂ TH ਟੈਗ ਦੇ ਅੰਦਰ ਜਾ ਕੇ ਇਸ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ। ਅਗਰ ਅਸੀਂ ਇਸ ਦੀ ਆਊਟਪੁੱਟ ਨੂੰ ਕੁਝ ਇਸ ਤਰ੍ਹਾਂ ਵੇਖ ਸਕਦੇ ਹਾਂ, ਜਦੋਂ ਰੋਸਪੇਨ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਘੱਟੋ ਘੱਟ 2 ਜਾਂ 2 ਤੋਂ ਵੱਧ ਰੋਜ਼ ਨੂੰ ਇਸ ਤਰ੍ਹਾਂ ਜੋੜ ਕੇ ਇੱਕ ਸਿੰਗਲ ਰੋ ਜਾਂ ਸਿੰਗਲ ਸੈੱਲ ਬਣਾ ਦਿੰਦਾ ਹੈ। ਤਾਂ ਗਾਇਸ ਇਸ ਐਗਜ਼ਾਮਪਲ ਨੂੰ ਸਾਡੇ ਕੋਡ ਰਾਹੀਂ ਸਮਝਦੇ ਹਾਂ। ਤਾਂ ਗਾਇਸ ਅਸੀਂ ਸਾਡੇ ਰੋਸਪੇਨ, ਜੇ ਅਸੀਂ 2 ਜਾਂ 2 ਤੋਂ ਵਧੇਰੇ ਰੋਜ਼ ਦੇ ਸੈੱਲ ਨੂੰ ਜੋੜ ਕੇ ਇੱਕ ਸਿੰਗਲ ਸੈੱਲ ਬਣਾਉਣਾ ਚਾਹੁੰਦੇ ਹਾਂ ਤਾਂ ਉਸ ਸਮੇਂ ਅਸੀਂ ਰੋਸਪੇਨ ਐਟਰੀਬਿਊਟ ਦੀ ਵਰਤੋਂ ਕਰਾਂਗੇ। ਸਾਡੇ ਕੋਲ ਇਸ ਸਮੇਂ ਇਸ ਟੇਬਲ ਦੇ ਅੰਦਰ 3 ਰੋਜ਼ ਹਨ 1 2 3। ਫੋਰ ਐਗਜ਼ਾਮਪਲ ਜੇਕਰ ਅਸੀਂ ਇਹਨਾਂ ਦੋਨੋਂ ਸਟੂਡੈਂਟ ਦੀ ਗੱਲ ਕਰ ਰਹੇ ਹਾਂ, ਸਾਡੇ ਕੋਲ ਇਸ ਟੇਬਲ ਦੇ ਇਸ ਰੋ ਦੇ ਅੰਡਰ 2 ਰੋਜ਼ ਹਨ ਅਤੇ ਇਹਨਾਂ ਦੋਨਾਂ ਸਟੂਡੈਂਟਸ ਦੀ ਕਲਾਸ ਜੋ ਸਾਡੇ ਕੋਲ ਉਹ 10th ਕਲਾਸ ਹੈ ਤਾਂ ਅਸੀਂ ਇਹਨਾਂ ਦੋਨਾਂ ਰੋਜ਼ ਨੂੰ ਜੋੜ ਕੇ ਹੁਣ ਇੱਕ ਰੋ ਬਣਾ ਲੈਂਦੇ ਹਾਂ। ਫੋਰ ਐਗਜ਼ਾਮਪਲ ਸਾਡੇ ਕੋਲ ਇਸ ਸਮੇਂ ਇਹ ਜੋ 2 ਰੋ ਹਨ, ਇਹ 2 ਰੋ ਹਨ, ਅਸੀਂ ਇਹਨਾਂ ਨੂੰ ਜੋੜ ਕੇ ਇੱਕ ਰੋ ਬਣਾ ਲੈਂਦੇ ਹਾਂ ਤਾਂ ਅਸੀਂ ਉਸ TD ਦੇ ਅੰਦਰ ਜਾ ਕੇ ਅਸੀਂ ਰੋਸਪੇਨ ਐਟਰੀਬਿਊਟ ਨੂੰ ਯੂਜ਼ ਕਰਾਂਗੇ ਜਿੰਨੀਆਂ ਰੋਜ਼ ਨੂੰ ਅਸੀਂ ਜੋੜਨਾ ਚਾਹੁੰਦੇ ਹਾਂ। ਫੋਰ ਐਗਜ਼ਾਮਪਲ ਅਸੀਂ 2 ਰੋ ਨੂੰ ਜੋੜਨਾ ਚਾਹੁੰਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਨੈਕਸਟ ਜੋ ਸਾਡੇ ਕੋਲ ਸੈੱਲ ਹੁੰਦਾ ਹੈ ਅਸੀਂ ਉਸ ਨੂੰ ਰਿਮੂਵ ਕਰ ਦਾਂਗੇ, ਫਾਈਲ ਨੂੰ ਸੇਵ ਕਰਾਂਗੇ ਤੇ ਪੇਜ ਨੂੰ ਰੀਲੋਡ ਕਰਾਂਗੇ। ਤਾਂ ਗਾਇਸ ਅਸੀਂ ਵੇਖ ਸਕਦੇ ਹਾਂ ਇਸ ਤਰ੍ਹਾਂ ਸਾਡੇ ਰੋਸਪੇਨ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਮੇਂ ਸਾਡੇ ਕੋਲ 2 ਰੋਜ਼ ਹਨ ਅਤੇ ਉਸ ਨੂੰ ਅਸੀਂ ਜੋੜ ਕੇ ਇੱਕ ਸਿੰਗਲ ਰੋ ਬਣਾ ਲਿਆ ਹੈ। ਉਸ ਤੋਂ ਬਾਅਦ ਅਸੀਂ ਚੇਂਜਿੰਗ ਦਾ ਅਲਾਈਨਮੈਂਟ ਆਫ ਟੇਬਲ ਔਰ ਸੈੱਲ ਵੈਲਿਊ ਦੀ ਗੱਲ ਕਰਾਂਗੇ। ਅਲਾਈਨਮੈਂਟ 2 ਤਰੀਕਿਆਂ ਨਾਲ ਸੈੱਟ ਕੀਤੀ ਜਾ ਸਕਦੀ ਹੈ। ਇਹ ਸਾਡੇ ਕੋਲੇ ਹੋਰੀਜੈਂਟਲੀ ਅਤੇ ਵਰਟੀਕਲ ਹੁੰਦੀ ਹੈ। ਟੇਬਲ ਨੂੰ ਸਿਰਫ ਲੇਟਵੇਂ ਰੂਪ ਵਿੱਚ ਅਲਾਈਨ ਕੀਤਾ ਜਾ ਸਕਦਾ ਹੈ, ਜਦੋਂ ਕਿ ਸੈੱਲ ਕੰਟੈਂਟ ਨੂੰ ਲੇਟਵੇਂ ਅਤੇ ਖੜਵੇਂ ਦੋਨੋਂ ਤਰੀਕਿਆਂ ਨਾਲ ਅਲਾਈਨ ਕੀਤਾ ਜਾ ਸਕਦਾ ਹੈ। HTML ਟੇਬਲ ਨਾਲ ਸੰਬੰਧਿਤ ਵੱਖ-ਵੱਖ ਟੈਗਸ ਵਿੱਚ ਅਲਾਈਨਮੈਂਟ ਸੈੱਟ ਕਰਨ ਦੇ ਲਈ ਵੱਖ-ਵੱਖ ਤਰੀਕਿਆਂ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਜੇਕਰ ਅਸੀਂ ਹੋਰੀਜੈਂਟ ਦੀ ਗੱਲ ਕਰੀਏ ਤਾਂ ਅਸੀਂ ਉਸ ਦੇ ਅੰਦਰ ਅਸੀਂ ਟੇਬਲ ਦੀ ਅਲਾਈਨ ਨੂੰ ਸੈੱਟ ਕਰ ਸਕਦੇ ਹਾਂ, TR ਨੂੰ ਸੈੱਟ ਕਰ ਸਕਦੇ ਹਾਂ, TR ਦੀ ਅਲਾਈਨ ਨੂੰ ਸੈੱਟ ਕਰ ਸਕਦੇ ਹਾਂ, ਟੇਬਲ ਹੈਡਿੰਗ ਦੀ ਅਲਾਈਨ ਨੂੰ ਸੈੱਟ ਕਰ ਸਕਦੇ ਹਾਂ, TD ਦੀ ਅਲਾਈਨ ਨੂੰ ਸੈੱਟ ਕਰ ਸਕਦੇ ਹਾਂ ਅਤੇ ਲਾਸਟ ਵਿੱਚ ਅਸੀਂ ਕੈਪਸ਼ਨ ਦੀ ਅਲਾਈਨ ਨੂੰ ਵੀ ਸੈੱਟ ਕਰ ਸਕਦੇ ਹਾਂ। ਤਾਂ ਗਾਇਸ ਇਸ ਦੀ ਆਊਟਪੁੱਟ ਨੂੰ ਕੁਝ ਅਸੀਂ ਇਸ ਤਰ੍ਹਾਂ ਵੇਖ ਸਕਦੇ ਹਾਂ। ਤਾਂ ਗਾਇਸ ਇਸ ਕੋਡ ਦੀ ਆਊਟਪੁੱਟ ਅਸੀਂ ਇਸ ਐਗਜ਼ਾਮਪਲ ਵਿੱਚ ਵੇਖ ਸਕਦੇ ਹਾਂ। ਅਸੀਂ ਸਾਰੇ ਜਗ੍ਹਾ ਤੇ ਅਲਾਈਨ ਰਾਈਟ ਯੂਜ਼ ਕੀਤਾ ਹੈ ਤਾਂ ਇਸ ਦੀ ਜੋ ਸੈੱਲ ਦੀ ਜੋ ਵੈਲਿਊ ਹੈ ਉਸ ਦੀ ਅਲਾਈਨ ਰਾਈਟ ਹੈ ਅਤੇ ਕੈਪਸ਼ਨ ਦੀ ਜੋ ਅਸੀਂ ਅਲਾਈਨ ਉਹ ਬੋਟਮ ਯੂਜ਼ ਕਰ ਰਹੇ ਹਾਂ। ਤਾਂ ਇਸ ਤਰ੍ਹਾਂ ਸਾਡੇ ਕੋਲ ਉਹ ਬੋਟਮ ਤੇ ਨਜ਼ਰ ਆਵੇਗੀ। ਤਾਂ ਗਾਇਸ ਇਸ ਹੋਰੀਜੈਂਟਲ ਅਲਾਈਨਮੈਂਟ ਨੂੰ ਸਾਡੇ ਕੋਡ ਰਾਹੀਂ ਸਮਝਦੇ ਹਾਂ। ਤਾਂ ਗਾਇਸ ਉਸ ਦੇ ਲਈ ਅਸੀਂ ਇੱਕ ਵਾਰ ਇਹਨਾਂ ਨੂੰ ਕਰ ਲੈਂਦੇ ਹਾਂ।
ਅਸੀਂ ਵਿਡਥ ਜੋ ਹੈ ਉਸ ਨੂੰ ਅਸੀਂ 50% ਹੀ ਯੂਜ਼ ਕਰ ਲੈਂਦੇ ਹਾਂ। ਫਾਈਲ ਨੂੰ ਸੇਵ ਕਰਾਂਗੇ, ਪੇਜ ਨੂੰ ਰੀਲੋਡ ਕਰਾਂਗੇ ਤਾਂ ਇਹ ਸਾਡੇ ਕੋਲ ਇੱਕ ਸਿੰਪਲ ਜਿਹਾ ਟੇਬਲ ਹੈ। ਤਾਂ ਗਾਇਜ਼ ਅਸੀਂ ਗੱਲ ਕਰ ਰਹੇ ਹਾਂ ਹੋਰੀਜ਼ੋਨਟਲ ਅਲਾਈਨ। ਸਭ ਤੋਂ ਪਹਿਲਾਂ ਅਸੀਂ ਟੇਬਲ ਟੈਗ ਦੀ ਅਲਾਈਨ ਨੂੰ ਸੈੱਟ ਕਰ ਸਕਦੇ ਹਾਂ। ਬਾਈ ਡਿਫਾਲਟ ਟੇਬਲ ਵੈਬ ਪੇਜਾਂ ਵਿੱਚ ਖੱਬੇ ਪਾਸੇ ਮਤਲਬ ਲੈਫਟ ਅਲਾਈਨ ਵਿੱਚ ਦਿਖਾਈ ਦਿੰਦਾ ਹੈ। ਤਾਂ ਇਸ ਸਮੇਂ ਸਾਡੇ ਕੋਲ ਜੋ ਟੇਬਲ ਹੈ ਉਹ ਸਾਡੇ ਇਸ ਬਰਾਊਜ਼ਰ ਦੀ ਆਊਟਪੁੱਟ ਤੇ ਉਹ ਲੈਫਟ ਹੈਂਡ ਦੇ ਵਿੱਚ ਦਿਖਾਈ ਦੇ ਰਿਹਾ ਹੈ। ਤੁਸੀਂ ਚਾਹੋ ਤਾਂ ਇਸ ਦੀ ਅਲਾਈਨ ਸੈਂਟਰ ਤੇ ਰਾਈਟ ਪਲੇਸ ਤੇ ਵੀ ਸੈੱਟ ਕਰ ਸਕਦੇ ਹੋ। ਟੇਬਲ ਟੈਗ ਵਿੱਚ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਟੇਬਲ ਦੀ ਅਲਾਈਨਮੈਂਟ ਨੂੰ ਲੇਟਵੇਂ ਮੀਨਸ ਹੋਰੀਜ਼ੋਨਟਲ ਰੂਪ ਦੇ ਵਿੱਚ ਬਦਲ ਸਕਦੇ ਹਾਂ। ਟੇਬਲ ਟੈਗ ਲਈ ਅਲਾਈਨ ਐਟਰੀਬਿਊਟ ਦੇ ਰਾਈਟ, ਲੈਫਟ ਜਾਂ ਸੈਂਟਰ ਵਿੱਚ ਸੈੱਟ ਕੀਤਾ ਜਾ ਸਕਦਾ ਹੈ। ਤਾਂ ਉਸ ਲਈ ਗਾਇਸ ਅਸੀਂ ਟੇਬਲ ਦੇ ਅੰਦਰ ਜਾ ਕੇ ਅਸੀਂ ਅਲਾਈਨ ਐਟਰੀਬਿਊਟ ਨੂੰ ਯੂਜ਼ ਕਰਾਂਗੇ ਅਤੇ ਅਲਾਈਨ ਦੀ ਵੈਲਿਊ ਜੋ ਅਸੀਂ ਰਾਈਟ ਯੂਜ਼ ਕਰ ਲੈਂਦੇ ਹਾਂ। ਫਾਈਲ ਨੂੰ ਸੇਵ ਕਰਾਂਗੇ ਤੇ ਸਾਡੇ ਪੇਜ ਨੂੰ ਰੀਲੋਡ ਕਰਾਂਗੇ। ਤਾਂ ਗਾਇਸ ਅਸੀਂ ਵੇਖ ਸਕਦੇ ਹਾਂ ਜਦੋਂ ਅਸੀਂ ਟੇਬਲ ਦੇ ਅੰਦਰ ਜਾ ਕੇ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹਾਂ ਤਾਂ ਸਾਡਾ ਜੋ ਟੇਬਲ ਹੈ ਉਹ ਬਰਾਊਜ਼ਰ ਦੀ ਆਊਟਪੁੱਟ ਤੇ ਉਹ ਰਾਈਟ ਪਲੇਸ ਤੇ ਚਲਾ ਜਾਵੇ। ਇਸੇ ਤਰ੍ਹਾਂ ਤੁਸੀਂ ਰਾਈਟ ਦੀ ਜਗ੍ਹਾ ਤੇ ਆ ਕੇ ਤੁਸੀਂ ਸੈਂਟਰ ਨੂੰ ਵੀ ਯੂਜ਼ ਕਰ ਸਕਦੇ ਹੋ। ਫਾਈਲ ਨੂੰ ਸੇਵ ਕਰਾਂਗੇ ਤੇ ਪੇਜ ਨੂੰ ਰੀਲੋਡ ਕਰਾਂਗੇ ਅਤੇ ਬਾਈ ਡਿਫਾਲਟ ਇਹ ਸਾਡੇ ਕੋਲੇ ਲੈਫਟ ਹੀ ਹੁੰਦਾ ਹੈ। ਜੇਕਰ ਅਸੀਂ ਇਸ ਅਲਾਈਨ ਦੀ ਵਰਤੋਂ ਨਹੀਂ ਕਰਦੇ ਤਾਂ ਬਾਈ ਡਿਫਾਲਟ ਇਹ ਸਾਡੇ ਕੋਲੇ ਅਲਾਈਨ ਲੈਫਟ ਹੈਂਡ ਤੇ ਚਲਾ ਜਾਵੇਗਾ। ਤਾਂ ਗਾਇਸ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਾਡੇ TR ਅਲਾਈਨ ਐਟਰੀਬਿਊਟ ਦੀ। ਬਾਈ ਡਿਫਾਲਟ ਟੇਬਲ ਰੋਜ਼ ਵਿੱਚ ਸੈੱਲ ਡਾਟਾ ਖੱਬੇ ਪਾਸੇ ਅਲਾਈਨ ਦਿਖਾਇਆ ਜਾਂਦਾ ਹੈ। TR ਟੈਗ ਵਿੱਚ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਰੋ ਦੇ ਸਾਰੇ ਸੈੱਲਾਂ ਦੇ ਕੰਟੈਂਟ ਦੀ ਅਲਾਈਨ ਲੇਟਵੇਂ ਮੀਨਸ ਹੋਰੀਜ਼ੋਨਟਲ ਰੂਪ ਵਿੱਚ ਬਦਲ ਸਕਦੇ ਹਾਂ। TR ਟੈਗ ਲਈ ਅਲਾਈਨ ਐਟਰੀਬਿਊਟ ਦਾ ਜੋ ਵੈਲਿਊ ਹੁੰਦੀ ਹੈ ਉਹ ਰਾਈਟ, ਲੈਫਟ, ਸੈਂਟਰ ਜਾਂ ਜਸਟੀਫਾਈ ਸੈੱਟ ਕੀਤੀ ਜਾ ਸਕਦੀ ਹੈ। ਫੋਰ ਐਗਜ਼ਾਮਪਲ ਅਸੀਂ ਇਸ ਦੇ ਅੰਦਰ ਜਾ ਕੇ ਅਸੀਂ ਅਲਾਈਨ ਯੂਜ਼ ਕਰਦੇ ਹਾਂ। ਫੋਰ ਐਗਜ਼ਾਮਪਲ ਅਸੀਂ ਰਾਈਟ ਵੈਲਿਊ ਯੂਜ਼ ਕਰ ਲੈਂਦੇ ਹਾਂ। ਫਾਈਲ ਨੂੰ ਸੇਵ ਕਰਾਂਗੇ ਤੇ ਰੀਲੋਡ ਕਰਾਂਗੇ ਤਾਂ ਗਾਇਜ਼ ਅਸੀਂ ਵੇਖ ਸਕਦੇ ਹਾਂ ਸਾਡੇ ਜਦੋਂ ਇਸ TR ਦੇ ਅੰਦਰ ਜਾ ਕੇ ਅਸੀਂ ਅਲਾਈਨ ਨੂੰ ਰਾਈਟ ਯੂਜ਼ ਕੀਤਾ ਤਾਂ ਸਾਰੇ ਇਸ ਰੋ ਦੀਆਂ ਜੋ ਵੈਲਿਊ ਹੈ ਉਹ ਰਾਈਟ ਪਲੇਸ ਤੇ ਚਲੀਆਂ ਗਈਆਂ ਹਨ। ਇਸ ਨੂੰ ਕਰਦੇ ਹਾਂ, ਇਸ ਨੂੰ ਕਰਦੇ ਹਾਂ, ਫਾਈਲ ਨੂੰ ਗਾਇਜ਼ ਜੋ ਇਹ ਰੋ ਹੈ ਇਸ ਦੀ ਅਸੀਂ ਅਲਾਈਨ ਰਾਈਟ ਕੀਤੀ ਹੈ ਅਤੇ ਜੋ ਸੈਕਿੰਡ ਰੋ ਹੈ ਉਸ ਦੀ ਬਾਈ ਡਿਫਾਲਟ ਜੋ ਅਲਾਈਨ ਹੈ ਉਹ ਲੈਫਟ ਹੈ। ਇਸੇ ਤਰ੍ਹਾਂ ਤੁਸੀਂ ਇਸ ਨੂੰ ਸੈਂਟਰ ਵੀ ਸੈੱਟ ਕਰ ਸਕਦੇ ਹੋ। ਫਾਈਲ ਨੂੰ ਸੇਵ ਅਤੇ ਰੀਲੋਡ ਕਰ। ਇਸੇ ਤਰ੍ਹਾਂ ਤੁਸੀਂ ਜਸਟੀਫਾਈ ਨੂੰ ਯੂਜ਼ ਕਰ ਸਕਦੇ ਹੋ। ਫਾਈਲ ਨੂੰ ਸੇਵ ਅਤੇ ਨੈਕਸਟ ਸਾਡੇ ਕੋਲੇ TD ਟੈਗ ਦੀ ਅਲਾਈਨਮੈਂਟ ਐਟਰੀਬਿਊਟ ਦੀ ਗੱਲ ਆਉਂਦੀ ਹੈ। ਬਾਈ ਡਿਫਾਲਟ ਇਸ ਦੀ ਜੋ ਅਲਾਈਨ ਹੁੰਦੀ ਹੈ ਉਹ ਸਾਡੇ ਕੋਲੇ ਲੈਫਟ ਹੁੰਦੀ ਹੈ। ਤਾਂ ਤੁਸੀਂ ਇਸ ਦੀ ਅਲਾਈਨ ਨੂੰ ਵੀ ਸੈੱਟ ਕਰ ਸਕਦੇ ਹੋ। ਉਸ ਦੇ ਲਈ ਅਸੀਂ TD ਟੈਗ ਦੇ ਅੰਦਰ ਆ ਕੇ ਅਲਾਈਨ ਐਟਰੀਬਿਊਟ ਨੂੰ ਯੂਜ਼ ਕਰਾਂਗੇ। ਫੋਰ ਐਗਜ਼ਾਮਪਲ ਅਸੀਂ ਰਾਈਟ ਯੂਜ਼ ਕਰ ਲੈਂਦੇ ਹਾਂ। ਫਾਈਲ ਨੂੰ ਸੇਵ ਕਰਾਂਗੇ ਅਤੇ ਪੇਜ ਨੂੰ ਰੀਲੋਡ ਕਰਾਂਗੇ ਤਾਂ ਤੁਸੀਂ ਇੱਕ ਸੈੱਲ ਦੀ ਵੈਲਿਊ ਦੀ ਅਲਾਈਨ ਨੂੰ ਵੀ ਸੈੱਟ ਕਰ ਸਕਦੇ ਹੋ। ਕਰ ਲੈਂਦੇ ਹਾਂ। ਇਸੇ ਤਰ੍ਹਾਂ ਤੁਸੀਂ ਰਾਈਟ ਦੀ ਜਗ੍ਹਾ ਤੇ ਆ ਕੇ ਤੁਸੀਂ ਸੈਂਟਰ ਵੀ ਯੂਜ਼ ਕਰ ਸਕਦੇ ਹੋ। ਫਾਈਲ ਨੂੰ ਸੇਵ ਅਤੇ ਪੇਜ ਨੂੰ ਰੀਲੋਡ ਕਰਾਂਗੇ। ਇਸੇ ਤਰ੍ਹਾਂ ਗਾਇਜ਼ ਤੁਸੀਂ TH ਟੈਗ ਦੇ ਅੰਦਰ ਜਾ ਕੇ ਇਸ ਦੀ ਅਲਾਈਨਮੈਂਟ ਵੀ ਸੈੱਟ ਕਰ ਸਕਦੇ ਹੋ। ਬਾਈ ਡਿਫਾਲਟ TH ਟੈਗ ਦੀ ਅਲਾਈਨ ਜੋ ਉਹ ਸੈਂਟਰ ਵਿੱਚ ਹੁੰਦੀ ਹੈ। ਤੁਸੀਂ ਇਸ ਦੀ ਅਲਾਈਨ ਨੂੰ ਵੀ ਚੇਂਜ ਕਰ ਸਕਦੇ ਹੋ। ਤੁਸੀਂ ਇਸ ਦੀ ਅਲਾਈਨ ਨੂੰ ਵੀ ਚੇਂਜ ਕਰ ਸਕਦੇ ਹੋ। ਅਲਾਈਨ ਯੂਜ਼ ਕਰਦੇ ਹੋਏ ਅਸੀਂ ਫੋਰ ਐਗਜ਼ਾਮਪਲ ਅਸੀਂ ਲੈਫਟ ਯੂਜ਼ ਕਰ ਲੈਂਦੇ ਹਾਂ। ਫਾਈਲ ਨੂੰ ਸੇਵ ਕਰਾਂਗੇ ਤੇ ਪੇਜ ਨੂੰ ਰੀਲੋਡ ਕਰਾਂਗੇ। ਇਸੇ ਤਰ੍ਹਾਂ ਤੁਸੀਂ ਲੈਫਟ ਦੀ ਜਗ੍ਹਾ ਤੇ ਆ ਕੇ ਰਾਈਟ ਨੂੰ ਵੀ ਯੂਜ਼ ਕਰ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਰਾਈਟ ਦੀ ਜਗ੍ਹਾ ਤੇ ਆ ਕੇ ਜਸਟੀਫਾਈ ਨੂੰ ਯੂਜ਼ ਕਰ ਸਕਦੇ ਹੋ। ਅਤੇ ਲਾਸਟ ਦੇ ਵਿੱਚ ਆ ਕੇ ਸਾਡੇ ਕੋਲੇ ਕੈਪਸ਼ਨ ਟੈਗ ਦੀ ਅਲਾਈਨ ਐਟਰੀਬਿਊਟ ਦੀ ਗੱਲ ਆਉਂਦੀ ਹੈ। ਬਾਈ ਡਿਫਾਲਟ ਵਿੱਚ ਇੱਕ ਟੇਬਲ ਟਾਈਟਲ ਜੋ ਉਹ ਸੈਂਟਰ ਅਲਾਈਨ ਹੁੰਦਾ ਹੈ। ਅਸੀਂ ਇਹ ਸਾਡਾ ਟੇਬਲ ਦਾ ਜੋ ਟਾਈਟਲ ਹੈ ਉਹ ਸੈਂਟਰ ਦੇ ਵਿੱਚ ਅਲਾਈਨ ਹੈ ਅਤੇ ਟੇਬਲ ਦੇ ਉੱਪਰਲੇ ਪਾਸੇ ਟੌਪ ਦੇ ਉੱਪਰ ਅਤੇ ਟੇਬਲ ਦੇ ਉੱਪਰਲੇ ਪਾਸੇ ਟੌਪ ਤੇ ਦਿਖਾਇਆ ਜਾਂਦਾ ਹੈ। ਅਲਾਈਨ ਐਟਰੀਬਿਊਟ ਨਾਲ ਟੇਬਲ ਦੇ ਟਾਈਟਲ ਦੀ ਅਲਾਈਨਮੈਂਟ ਨੂੰ ਟੇਬਲ ਦੇ ਉੱਪਰ ਜਾਂ ਨੀਚੇ ਪਾਸੇ ਵੀ ਸੈੱਟ ਕੀਤਾ ਜਾ ਸਕਦਾ ਹੈ। ਆਮ ਤੌਰ ਤੇ ਕੈਪਸ਼ਨ ਟੈਗ ਲਈ ਅਲਾਈਨ ਐਟਰੀਬਿਊਟ ਦਾ ਜੋ ਵੈਲਿਊ ਹੁੰਦੀ ਹੈ ਉਹ ਸਿਰਫ ਟੌਪ ਅਤੇ ਬੋਟਮ ਲਈ ਹੀ ਸੈੱਟ ਕੀਤੀ ਜਾਂਦੀ ਹੈ। ਜੇ ਅਸੀਂ ਅਲਾਈਨ ਟੌਪ ਸੈੱਟ ਕਰਦੇ ਹਾਂ ਤਾਂ ਟਾਈਟਲ ਟੇਬਲ ਦੇ ਉੱਪਰਲੇ ਪਾਸੇ ਦਿਖਾਇਆ ਜਾਵੇਗਾ ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਟਾਈਟਲ ਟੇਬਲ ਦੇ ਹੇਠਲੇ ਪਾਸੇ ਆਵੇ ਤਾਂ ਅਸੀਂ ਉਸ ਦੇ ਲਈ ਅਲਾਈਨ ਉਸ ਦੀ ਬੋਟਮ ਨੂੰ ਯੂਜ਼ ਕਰ ਲੈਂਦੇ ਹਾਂ।
ਤਾਂ ਗਾਇਸ ਉਸ ਦੇ ਲਈ ਅਸੀਂ ਕੈਪਸ਼ਨ ਦੇ ਅੰਦਰ ਜਾ ਕੇ ਅਸੀਂ ਅਲਾਈਨ ਯੂਜ਼ ਕਰਾਂਗੇ। ਟੌਪ ਜੋ ਬਾਈ ਡਿਫਾਲਟ ਯੂਜ਼ ਕੀਤਾ ਜਾਂਦਾ ਹੈ, ਫਾਈਲ ਨੂੰ ਸੇਵ ਕਰਾਂਗੇ ਤੇ ਇਹਨੂੰ ਰੀਲੋਡ ਕਰਾਂਗੇ। ਬਾਈ ਡਿਫਾਲਟ ਟੌਪ ਯੂਜ਼ ਕੀਤਾ ਜਾਂਦਾ ਹੈ। ਜਦੋਂ ਅਸੀਂ ਇਸ ਨੂੰ ਬੋਟਮ ਯੂਜ਼ ਕਰਾਂਗੇ, ਫਾਈਲ ਨੂੰ ਸੇਵ ਤੇ ਇਹਨੂੰ ਰੀਲੋਡ ਕਰਾਂਗੇ ਤਾਂ ਇਹ ਟੇਬਲ ਦੇ ਨੀਚੇ ਵਾਲੇ ਪਾਸੇ ਚਲਾ ਜਾਵੇਗਾ। ਪਰੰਤੂ ਅਲਾਈਨ ਐਟਰੀਬਿਊਟ ਨੂੰ CSS ਸਟਾਈਲ ਸ਼ੀਟਾਂ ਦੀ ਵੱਧ ਰਹੀ ਵਰਤੋਂ ਕਾਰਨ ਹੁਣ HTML5 ਦੇ ਵਿੱਚ ਇਸ ਟੈਗ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ। ਤਾਂ ਗਾਇਸ ਇਹ ਸੀ ਸਾਡੇ ਕੋਲੇ ਲੇਟਵੇ ਰੂਪ ਦੇ ਵਿੱਚ ਅਲਾਈਨਮੈਂਟ ਨੂੰ ਸੈੱਟ ਕਰਨਾ। ਅਤੇ ਨੈਕਸਟ ਸਾਡੇ ਕੋਲੇ ਵਰਟੀਕਲ ਅਲਾਈਨਮੈਂਟ ਆਉਂਦੀ ਹੈ। ਅਸੀਂ ਵੀ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਸਿਰਫ ਸੈੱਲ ਕੰਟੈਂਟ ਦੀ ਅਲਾਈਨਮੈਂਟ ਨੂੰ ਹੀ ਖੜਵੇਂ ਰੂਪ ਵਿੱਚ ਸੈੱਟ ਕਰ ਸਕਦੇ ਹਾਂ। HTML ਦੇ ਵਿੱਚ ਵੀ ਅਲਾਈਨ ਐਟਰੀਬਿਊਟ ਦੀ ਵਰਤੋਂ TD ਅਤੇ TH ਅਤੇ TR ਟੈਗ ਵਿੱਚ ਕੀਤੀ ਜਾਂਦੀ ਹੈ। HTML ਡਾਕੂਮੈਂਟ ਵਿੱਚ ਵਰਤੇ ਜਾਂਦੇ ਵੱਖ-ਵੱਖ ਟੇਬਲ ਟੈਗਸ ਦੇ ਲਈ ਵੀ ਅਲਾਈਨ ਐਟਰੀਬਿਊਟ ਦੀ ਵਰਤੋਂ ਸੰਬੰਧੀ ਜਾਣਕਾਰੀ ਕੁਝ ਇਸ ਤਰ੍ਹਾਂ ਹੈ। ਤਾਂ ਅਸੀਂ ਉਸ ਨੂੰ ਸਾਡੇ TR ਟੈਗ ਦੇ ਅੰਦਰ ਯੂਜ਼ ਕਰ ਸਕਦੇ ਹਾਂ, ਅਸੀਂ ਉਸ ਨੂੰ TH ਟੈਗ ਦੇ ਅੰਦਰ ਯੂਜ਼ ਕਰ ਸਕਦੇ ਹਾਂ ਅਤੇ ਅਸੀਂ ਉਸ ਨੂੰ TD ਟੈਗ ਦੇ ਅੰਦਰ ਵੀ ਯੂਜ਼ ਕਰ ਸਕਦੇ ਹਾਂ। ਤਾਂ ਗਾਇਸ ਜਦੋਂ ਅਸੀਂ ਇਸ ਦੀ ਆਉਟਪੁੱਟ ਵੇਖਾਂਗੇ ਤਾਂ ਸਾਡੇ ਕੋਲੇ ਕੁਝ ਇਸ ਤਰ੍ਹਾਂ ਆਵੇਗੀ। ਅਸੀਂ TR ਦੇ ਵਿੱਚ ਟੌਪ ਯੂਜ਼ ਕਰ ਰਹੇ ਹਾਂ, ਇਸੇ ਤਰ੍ਹਾਂ ਅਸੀਂ ਇਸ ਨੂੰ ਬੋਟਮ ਦੇ ਅੰਦਰ ਵੀ ਯੂਜ਼ ਕਰ ਸਕਦੇ ਹਾਂ। ਤਾਂ ਗਾਇਸ ਇਸ ਐਗਜ਼ਾਮਪਲ ਨੂੰ ਸਾਡੇ HTML ਕੋਡ ਰਾਹੀਂ ਸਮਝਦੇ ਹਾਂ। ਤਾਂ ਇੱਕ ਵਾਰ ਗਾਇਸ ਅਸੀਂ ਸਾਡੇ ਪੁਰਾਣੇ ਐਟਰੀਬਿਊਟ ਕਰ ਲੈਂਦੇ ਹਾਂ, ਫਾਈਲ ਨੂੰ ਸੇਵ ਤੇ ਰੀਲੋਡ ਕਰਾਂਗੇ। ਤਾਂ ਸਭ ਤੋਂ ਪਹਿਲਾਂ ਗਾਇਸ ਅਸੀਂ ਗੱਲ ਕਰਾਂਗੇ ਸਾਡੇ TR ਟੈਗ ਦੇ ਅੰਦਰ। ਬਾਈ ਡਿਫਾਲਟ ਵਿੱਚ ਟੇਬਲ ਰੋਜ਼ ਵਿੱਚ ਸੈੱਲ ਡਾਟਾ ਨੂੰ ਖੜਵੇਂ ਤੌਰ ਤੇ ਸੈਂਟਰ ਵਿੱਚ ਦਿਖਾਇਆ ਜਾਂਦਾ ਹੈ। TR ਟੈਗ ਵਿੱਚ ਵੀ ਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਰੋਜ਼ ਦੇ ਸਾਰੇ ਸੈੱਲਾਂ ਦੇ ਕੰਟੈਂਟ ਦੀ ਖੜਵੇਂ ਰੂਪ ਵਿੱਚ ਅਲਾਈਨਮੈਂਟ ਨੂੰ ਬਦਲ ਸਕਦੇ ਹਾਂ। ਫੋਰ ਐਗਜ਼ਾਮਪਲ ਅਸੀਂ ਇਸ ਜਗ੍ਹਾ ਤੇ ਆ ਕੇ ਵੀ ਅਲਾਈਨ ਐਟਰੀਬਿਊਟ ਯੂਜ਼ ਕਰਾਂਗੇ, ਅਸੀਂ ਟੌਪ ਯੂਜ਼ ਕਰ ਲੈਂਦੇ ਹਾਂ, ਫਾਈਲ ਨੂੰ ਸੇਵ ਕਰਾਂਗੇ ਤੇ ਇਹਨੂੰ ਰੀਲੋਡ ਕਰਾਂਗੇ। ਤਾਂ ਅਸੀਂ ਵੇਖ ਸਕਦੇ ਹਾਂ ਸਾਡੇ ਜੋ ਇਹ ਸੈੱਲ ਦਾ ਜਾਂ ਇਹ ਸਾਡੇ ਰੋ ਦਾ ਜੋ ਕੰਟੈਂਟ ਸੀ ਉਹ ਟੌਪ ਤੇ ਚਲਾ ਗਿਆ ਹੈ। ਬੈਟਰ ਆਉਟਪੁੱਟ ਦੇ ਲਈ ਅਸੀਂ ਟੇਬਲ ਦੀ ਹਾਈਟ ਨੂੰ ਥੋੜਾ ਜਿਹਾ ਇਨਕਰੀਜ਼ ਕਰ ਲੈਂਦੇ ਹਾਂ। ਇਸੇ ਤਰ੍ਹਾਂ ਜਦੋਂ ਅਸੀਂ ਇਸ ਦੀ ਜਗ੍ਹਾ ਤੇ ਬੋਟਮ ਯੂਜ਼ ਕਰਾਂਗੇ, ਫਾਈਲ ਨੂੰ ਸੇਵ ਤੇ ਇਹਨੂੰ ਰੀਲੋਡ ਕਰਦੇ ਹਾਂ ਤਾਂ ਇਹ ਜੋ ਸਾਡੇ ਇਸ ਰੋ ਦਾ ਜੋ ਕੰਟੈਂਟ ਸੀ ਉਹ ਬੋਟਮ ਤੇ ਚਲਾ ਗਿਆ ਹੈ। ਅਸੀਂ ਇਸ ਤਰ੍ਹਾਂ ਪੂਰੀ ਰੋ ਦੇ ਸੈੱਲ ਦਾ ਕੰਟੈਂਟ ਡਾਟਾ ਹੈ ਉਹ ਅਸੀਂ ਟੌਪ ਜਾਂ ਬੋਟਮ ਤੇ ਸੈੱਟ ਕਰ ਸਕਦੇ ਹਾਂ, ਜੋ ਕਿ ਅਸੀਂ ਵੀ ਲਾਈਨ ਐਟਰੀਬਿਊਟ ਨਾਲ ਕਰਦੇ ਹਾਂ। ਅਤੇ ਗਾਇਸ ਇਸੇ ਤਰ੍ਹਾਂ ਤੁਸੀਂ TH ਅਤੇ TD ਟੈਗ ਦੀ ਵੀ ਅਲਾਈਨ ਵੀ ਸੈੱਟ ਕਰ ਸਕਦੇ ਹੋ। ਤਾਂ ਉਸ ਲਈ ਅਸੀਂ ਵੀ ਅਲਾਈਨ ਐਟਰੀਬਿਊਟ ਯੂਜ਼ ਕਰਾਂਗੇ ਅਤੇ ਇਸ ਦੇ ਅੰਦਰ ਆ ਕੇ ਅਸੀਂ ਟੌਪ ਯੂਜ਼ ਕਰ ਲੈਂਦੇ। ਫਾਈਲ ਨੂੰ ਸੇਵ ਕਰਾਂਗੇ ਤੇ ਪੇਜ ਨੂੰ ਜਿਵੇਂ ਅਸੀਂ ਸਾਡੇ ਪੇਜ ਨੂੰ ਰੀਲੋਡ ਕਰਾਂਗੇ ਤਾਂ ਜੋ ਇਹ ਸਾਡੇ ਕੋਲ ਵੈਲਿਊ ਨਜ਼ਰ ਆ ਰਹੀ ਹੈ ਇਹ ਹੁਣ ਇਸ ਸੈੱਲ ਦੇ ਟੌਪ ਤੇ ਚਲੀ ਜਾਵੇ। ਇਸੇ ਤਰ੍ਹਾਂ ਤੁਸੀਂ ਇਸ ਦੀ ਜਗ੍ਹਾ ਤੇ ਆ ਕੇ ਬੋਟਮ ਨੂੰ ਵੀ ਯੂਜ਼ ਕਰ ਸਕਦੇ ਹੋ। ਫਾਈਲ ਨੂੰ ਸੇਵ ਤੇ ਰੀਲੋਡ ਕਰਾਂਗੇ। ਤਾਂ ਗਾਇਸ ਹੁਣ ਤੱਕ ਅਸੀਂ HTML ਦੇ ਵਿੱਚ ਟੇਬਲ ਨੂੰ ਕਿਸ ਤਰ੍ਹਾਂ ਕ੍ਰੀਏਟ ਕੀਤਾ ਜਾਂਦਾ ਹੈ ਅਤੇ ਕਿਹੜੇ ਟੈਗਸ ਦੀ ਵਰਤੋਂ ਕਿੱਥੇ ਅਤੇ ਕਿਵੇਂ ਕੀਤੀ ਜਾਂਦੀ ਹੈ। ਉਸ ਤੋਂ ਇਲਾਵਾ ਅਸੀਂ ਟੇਬਲ ਦੇ ਐਟਰੀਬਿਊਟਸ ਨੂੰ ਵੀ ਯੂਜ਼ ਕੀਤਾ ਅਤੇ ਉਹਨਾਂ ਦੀ ਕੋਡਿੰਗ ਕੀਤੀ। ਤਾਂ ਹੁਣ ਅਸੀਂ HTML ਦੇ ਮੋਸਟ ਇੰਪੋਰਟੈਂਟ ਟੈਗਸ ਟੇਬਲ ਹੈਡ, ਟੇਬਲ ਬੋਡੀ ਅਤੇ ਟੇਬਲ ਦਾ ਫੁੱਟਰ ਨੂੰ ਯੂਜ਼ ਕਰਾਂਗੇ। ਜਦੋਂ ਕਿ ਸਾਡੇ ਕੋਲ HTML ਦੇ ਅੰਦਰ TH, TD ਆਦਿ ਟੈਗਸ ਸਨ ਤੇ ਇਹਨਾਂ ਨੂੰ ਡਿਵੈਲਪਰਸ ਦੁਆਰਾ ਕਿਉਂ ਕ੍ਰੀਏਟ ਕੀਤਾ ਗਿਆ ਅਤੇ ਤੁਸੀਂ ਇਸ ਵੀਡੀਓ ਕਲਿੱਪ ਦੇ ਐਂਡ ਤੱਕ ਜਾਣੋਗੇ ਕਿ ਇਹਨਾਂ 3 ਟੈਗਸ ਤੋਂ ਬਗੈਰ ਸਾਡੇ HTML ਦੀ ਆਉਟਪੁੱਟ ਇਸ ਤਰ੍ਹਾਂ ਦੀ ਹੁੰਦੀ ਹੈ ਅਤੇ ਜਦੋਂ ਅਸੀਂ ਇਹਨਾਂ 3 ਟੈਗਸ ਸਾਡੇ HTML ਟੇਬਲ ਦੇ ਅੰਦਰ ਅਸੀਂ ਜਦੋਂ ਯੂਜ਼ ਕਰਦੇ ਹਾਂ ਤਾਂ ਉਸ ਦੀ ਆਉਟਪੁੱਟ ਤੇ ਕੀ ਇਫੈਕਟ ਪੈਂਦੇ ਹਨ। ਤਾਂ HTML ਟੇਬਲ ਦੀ ਆਉਟਪੁੱਟ ਤੇ ਕੀ ਫਰਕ ਪੈਂਦਾ ਹੈ। ਤਾਂ ਗਾਇਸ ਸਾਡੇ ਕੋਲ ਹੁਣ ਇਸ ਸਮੇਂ ਇੱਕ ਟੇਬਲ ਹੈ ਜਿਸ ਵਿੱਚ ਸਾਡੇ 2 ਰਿਕਾਰਡ ਸਨ। ਤਾਂ ਅਸੀਂ ਜਲਦੀ ਇਸ ਦੇ ਅੰਦਰ ਹੋਰ ਰੋਜ਼ ਨੂੰ ਐਡ ਕਰ ਦਿੰਦੇ ਹਾਂ ਤਾਂ ਜੋ ਅਸੀਂ ਇਹਨਾਂ 3 ਜੋ ਸਾਡੇ ਕੋਲੇ ਟੈਗਸ ਹਨ ਇਹਨਾਂ ਦੀ ਅਸੀਂ ਯੂਜ਼ਸ ਨੂੰ ਸਮਝ ਸਕੀਏ। ਤਾਂ ਗਾਇਸ ਮੈਂ ਜਲਦੀ ਇਸ ਟੇਬਲ ਦੇ ਅੰਦਰ ਕੁਝ ਹੋਰ ਰੋਜ਼ ਨੂੰ ਐਡ ਕਰ ਲੈਂਦਾ। ਵੈਲਕਮ ਬੈਕ ਗਾਇਸ।
ਤਾਂ ਗਾਇਜ਼ ਮੈਂ ਇਸ ਟੇਬਲ ਦੇ ਅੰਦਰ 20 ਰਿਕਾਰਡਸ ਨੂੰ ਐਡ ਕਰ ਲਿਆ ਹੈ। ਇਸ ਟੇਬਲ ਦੀ ਮੈਂ PDF ਕ੍ਰੀਏਟ ਕਰ ਲੈਂਦਾ ਹਾਂ। ਇਸ ਨੂੰ ਅਸੀਂ ਸਾਡੇ ਡੈਸਕਟਾਪ ਤੇ ਜੋ ਫੋਲਡਰ HTML ਦਾ ਫੋਲਡਰ ਉਸ ਵਿੱਚ ਸੇਵ ਕਰ ਲੈਂਦੇ ਹਾਂ। ਤਾਂ ਗਾਇਜ਼ ਇਹ ਸਾਡੇ ਕੋਲੇ ਸਾਡੇ ਇਸ HTML ਟੇਬਲ ਦੀ PDF ਦੀ ਆਉਟਪੁੱਟ ਹੈ। ਤਾਂ ਗਾਇਜ਼ ਅਸੀਂ ਵੇਖਾਂਗੇ ਇਸ ਦੇ ਅੰਦਰ 2 ਪੇਜ ਹਨ। ਜਦੋਂ ਅਸੀਂ ਸਾਡੇ ਟੇਬਲ ਨੂੰ TH ਟੀ ਬੋਡੀ ਅਤੇ ਟੀ ਫੁੱਟਰ ਤੋਂ ਬਗੈਰ ਯੂਜ਼ ਕਰਦੇ ਹਾਂ ਤਾਂ ਉਸ ਦੀ ਆਉਟਪੁੱਟ ਕੁਝ ਇਸ ਤਰ੍ਹਾਂ ਨਜ਼ਰ ਆਉਂਦੀ ਹੈ। ਅਸੀਂ ਵੇਖਾਂਗੇ ਕਿ ਸਾਡੇ ਕੋਲੇ ਜੋ ਟੇਬਲ ਦੀ ਹੈਡਿੰਗ ਹੈ ਉਹ ਸਿਰਫ ਇੱਕ ਪੇਜ ਤੇ ਹੀ ਨਜ਼ਰ ਆ ਰਹੀ ਹੈ। ਅਸੀਂ ਜਦੋਂ ਸੈਕਿੰਡ ਪੇਜ ਤੇ ਜਾਵਾਂਗੇ ਤਾਂ ਉਹ ਹੈਡਿੰਗ ਇਸ ਜਗ੍ਹਾ ਤੋਂ ਦਿਖਾਈ ਨਹੀਂ ਦੇਵੇਗੀ। ਤਾਂ ਗਾਇਜ਼ ਇਸ ਦੇ ਅੰਦਰ ਮੈਂ 20 ਰਿਕਾਰਡ ਜਾਣ ਕੇ ਐਡ ਕੀਤੇ ਸੀ ਤਾਂ ਜੋ ਇਹਨਾਂ ਦੀ PDF ਦੀ ਫਾਈਲ ਜਦੋਂ ਬਣੇ ਤਾਂ ਉਸ ਦੇ ਅੰਦਰ 2 ਪੇਜ ਬਣ ਜਾਣ, ਤਾਂ ਜੋ ਅਸੀਂ ਸਾਡੇ ਟੇਬਲ ਹੈਡਿੰਗ, ਟੇਬਲ ਬੋਡੀ ਅਤੇ ਟੇਬਲ ਫੁੱਟਰ ਦੀ ਇੰਪੋਰਟੈਂਸ ਨੂੰ ਸਮਝ ਸਕੀਏ। ਤਾਂ ਸਾਡੇ ਕੋਲ ਜੋ ਫਸਟ ਪੇਜ ਹੈ ਉਸ ਦੇ ਟੇਬਲ ਦੀ ਜੋ ਹੈਡਿੰਗ ਦਿਖ ਰਹੀ ਹੈ ਉਹ ਸਾਨੂੰ ਸਾਡੇ ਫਸਟ ਪੇਜ ਤੇ ਹੀ ਦਿਖ ਰਹੀ ਹੈ, ਪਰੰਤੂ ਜਦੋਂ ਅਸੀਂ ਸਾਡੇ ਸੈਕਿੰਡ ਪੇਜ ਤੇ ਜਾਵਾਂਗੇ ਤਾਂ ਉਹ ਇਸ ਜਗ੍ਹਾ ਤੋਂ ਦਿਖਾਈ ਨਹੀਂ ਦੇਵੇਗੀ। ਤੇ ਗਾਇਜ਼ ਅਸੀਂ ਚਾਹੁੰਦੇ ਹਾਂ ਕਿ ਸਾਡੀ ਜੋ ਇਹ ਟੇਬਲ ਦੀ ਹੈਡਿੰਗ ਹੈ ਉਹ ਸਾਡੇ ਹਰ ਇੱਕ ਪੇਜ ਤੇ ਉੱਪਰ ਦਿਖਾਈ ਦੇਵੇ ਅਤੇ ਇਸੇ ਤਰ੍ਹਾਂ ਜੋ ਟੇਬਲ ਦਾ ਫੁੱਟਰ ਹੈ ਉਹ ਵੀ ਹਰ ਪੇਜ ਦੇ ਉੱਪਰ ਦਿਖਾਈ ਦੇਵੇ। ਤਾਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਅਸੀਂ ਟੇਬਲ ਹੈਡਿੰਗ, ਟੇਬਲ ਬੋਡੀ ਅਤੇ ਟੇਬਲ ਫੁੱਟਰ ਦੀ ਯੂਜ਼ ਕਰਦੇ ਹਾਂ। ਤਾਂ ਗਾਇਜ਼ ਹੁਣ ਅਸੀਂ ਸਾਡੇ ਇਸ HTML ਟੇਬਲ ਦੇ ਅੰਦਰ ਅਸੀਂ ਹੁਣ ਇਹਨਾਂ ਤਿੰਨਾਂ ਟੈਗਸ ਦੀ ਵਰਤੋਂ ਕਰਾਂਗੇ। ਤਾਂ ਗਾਇਜ਼ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਟੀ ਹੈਡ ਟੈਗ ਦੀ, ਜੋ ਕਿ ਟੇਬਲ ਦੇ ਠੀਕ ਨੀਚੇ ਅਤੇ ਟੋਪ ਵਾਲੀ ਜੋ ਰੋ ਹੁੰਦੀ ਹੈ ਉਸ ਦੇ ਉੱਪਰ ਅਸੀਂ ਟੇਬਲ ਹੈਡ ਟੈਗ ਨੂੰ ਯੂਜ਼ ਕਰਦੇ ਹਾਂ। ਅਸੀਂ ਕਲੋਜ਼ਿੰਗ ਟੈਗ ਨੂੰ ਉਹ ਘੱਟ ਕਰਕੇ ਇਸ ਜਗ੍ਹਾ ਤੇ ਪੇਸਟ ਕਰਾਂਗੇ। ਟੀ ਹੈਡ ਦਾ ਅਰਥ ਟੇਬਲ ਹੈਡਿੰਗ। ਇਹ ਟੈਗ ਟੇਬਲ ਵਿੱਚ ਹੈਡਰ ਸੈਕਸ਼ਨ ਬਣਾਉਣ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਬਾਕੀ ਟੈਗ ਦੀ ਤਰ੍ਹਾਂ ਇਹ ਵੀ ਇੱਕ ਪੇ ਟੈਗ ਹੈ। ਟੀ ਹੈਡ ਟੈਗ ਦੀ ਵਰਤੋਂ ਟੇਬਲ ਟੈਗ ਦੇ ਅੰਦਰ ਅਤੇ ਟੌਪ ਰੋ ਤੋਂ ਪਹਿਲਾਂ ਯੂਜ਼ ਕੀਤੀ ਜਾਂਦੀ ਹੈ। ਅਸੀਂ ਵੇਖ ਸਕਦੇ ਹਾਂ ਸਾਡੇ ਕੋਲ ਇਹ ਟੌਪ ਰੋ ਹੈ ਅਤੇ ਇਹ ਇਸ ਦੇ ਅਬਵ ਅਤੇ ਇਹ ਇਸ ਦੇ ਉੱਪਰ ਯੂਜ਼ ਕੀਤੀ ਜਾਵੇਗੀ। ਟੇਬਲ ਹੈਡਿੰਗ ਟੈਗ ਦੀ ਵਰਤੋਂ ਐਕਚੁਅਲ ਦੇ ਵਿੱਚ ਜਦੋਂ ਅਸੀਂ ਮਲਟੀਪਲ ਪੇजेस ਤੇ ਸੇਮ ਹੈਡਿੰਗ ਨੂੰ ਪ੍ਰਿੰਟ ਕਰਨਾ ਚਾਹੁੰਦੇ ਹਾਂ ਉਸ ਸਮੇਂ ਟੇਬਲ ਹੈਡਿੰਗ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਤਾਂ ਗਾਇਜ਼ ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਟੀ ਬੋਡੀ ਟੈਗ। ਤਾਂ ਟੀ ਬੋਡੀ ਟੈਗ ਦੀ ਵਰਤੋਂ ਗਾਇਜ਼ ਠੀਕ ਟੇਬਲ ਹੈਡਿੰਗ ਦੇ ਨੀਚੇ ਅਸੀਂ ਇਸ ਜਗ੍ਹਾ ਤੇ ਯੂਜ਼ ਕਰਦੇ ਹਾਂ। ਤਾਂ ਅਸੀਂ ਇਸ ਨੂੰ ਇਸ ਤਰ੍ਹਾਂ ਯੂਜ਼ ਕਰਾਂਗੇ। ਤਾਂ ਅਸੀਂ ਗਾਇਜ਼ ਇਸ ਕਲੋਜ਼ਿੰਗ ਟੈਗ ਨੂੰ ਇਸ ਜਗ੍ਹਾ ਤੋਂ ਕੱਟ ਕਰ ਲੈਂਦੇ ਹਾਂ ਤੇ ਠੀਕ ਲਾਸਟ ਤੇ ਜਾ ਕੇ ਅਸੀਂ ਇਸ ਟੈਗ ਨੂੰ ਆ ਕੇ ਪੇਸਟ ਕਰ ਲੈਂਦੇ ਹਾਂ। ਟੀ ਬੋਡੀ, ਟੀ ਬੋਡੀ ਮੀਨਸ ਟੇਬਲ ਬੋਡੀ। ਇਸ ਟੈਗ ਦੀ ਵਰਤੋਂ ਟੇਬਲ ਬੋਡੀ ਸੈਕਸ਼ਨ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਇਹ ਵੀ ਇੱਕ ਪੇ ਟੈਗ ਹੈ। ਟੀ ਬੋਡੀ ਟੈਗ ਦੀ ਵਰਤੋਂ ਟੀ ਹੈਡ ਅਤੇ ਟੀ ਫੁੱਟਰ ਦੇ ਨਾਲ ਕੀਤੀ ਜਾਂਦੀ ਹੈ। ਟੀ ਬੋਡੀ ਦੇ ਅੰਦਰ 1 ਔਰ ਹੋਰ TR ਮੀਨਸ ਰੋਲ ਹੋ ਸਕਦੀਆਂ ਹਨ। ਤਾਂ ਗਾਇਜ਼ ਇਸ ਤਰ੍ਹਾਂ ਅਸੀਂ ਟੀ ਬੋਡੀ ਟੈਗ ਦੀ ਵਰਤੋਂ ਕਰਦੇ ਹਾਂ। ਫਾਈਲ ਨੂੰ ਸੇਵ ਕਰਾਂਗੇ ਅਤੇ ਸਾਡੇ ਪੇਜ ਨੂੰ ਰੀਲੋਡ ਕਰਾਂਗੇ। ਤਾਂ ਗਾਇਜ਼ ਇਸ ਦੀ ਆਉਟਪੁੱਟ ਅਸੀਂ ਸਾਡੇ ਵੈਬ ਬਰਾਊਜ਼ਰ ਤੇ ਨਹੀਂ ਵੇਖ ਸਕਦੇ ਹਾਂ। ਜਦੋਂ ਅਸੀਂ ਇਹਨਾਂ ਟੈਗਸ ਦੀ ਵਰਤੋਂ ਕਰ ਲੈਂਦੇ ਹਾਂ ਤਾਂ ਸਾਡੇ ਵੈਬ ਬਰਾਊਜ਼ਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਅਸੀਂ ਟੇਬਲ ਹੈਡ ਜਾਂ ਟੇਬਲ ਬੋਡੀ ਟੈਗ ਦੀ ਵਰਤੋਂ ਕਰ ਰਹੇ ਹਾਂ। ਤਾਂ ਗਾਇਜ਼ ਸੇਮ ਅਸੀਂ ਹੁਣ ਇਸੇ ਤਰ੍ਹਾਂ ਇਸ ਪੇਜ ਦੀ ਫਿਰ PDF ਦੇ ਵਿੱਚ ਇਸ ਨੂੰ ਕਨਵਰਟ ਕਰ ਲੈਂਦੇ ਹਾਂ। ਅਸੀਂ ਸੇਵ ਉਸੇ ਜਗ੍ਹਾ ਤੇ ਕਰ ਲੈਂਦੇ ਹਾਂ। ਸੇਵ ਕਰ ਲੈਂਦੇ ਹਾਂ ਫਾਈਲ ਨੂੰ। ਤਾਂ ਗਾਇਜ਼ ਸਾਡੇ ਕੋਲੇ ਹੁਣ ਸਾਡੇ ਕੋਲੇ ਇਹ ਜੋ ਫਸਟ ਪੇਜ ਹੈ ਅਸੀਂ ਇਸ ਦੀ ਟੌਪ ਵਾਲੀ ਜੋ ਰੋ ਹੈ ਉਸ ਦੇ ਉੱਪਰ ਅਸੀਂ ਹੈਡਿੰਗ ਵੇਖ ਸਕਦੇ ਹਾਂ। ਤਾਂ ਗਾਇਜ਼ ਠੀਕ ਜਦੋਂ ਅਸੀਂ ਹੁਣ ਸਾਡੇ ਸੈਕਿੰਡ ਪੇਜ ਤੇ ਜਾਵਾਂਗੇ ਤਾਂ ਅਸੀਂ ਵੇਖਾਂਗੇ ਕਿ ਸਾਡੇ ਕੋਲੇ ਉਸੇ ਤਰ੍ਹਾਂ ਸੇਮ ਰੋ ਜੋ ਹੈ ਉਹ ਟੌਪ ਤੇ ਨਜ਼ਰ ਆ ਰਹੀ ਹੈ। ਤਾਂ ਗਾਇਜ਼ ਇਹ ਸਿਰਫ ਤਾਂ ਸਿਰਫ ਸਾਡੇ ਕੋਲੇ ਟੀ ਹੈਡ ਟੈਗ ਦੇ ਨਾਲ ਹੀ ਪੋਸੀਬਲ ਹੁੰਦਾ ਹੈ। ਤਾਂ ਗਾਇਜ਼ ਸੇਮ ਹੈਡਰ ਦੀ ਤਰ੍ਹਾਂ ਜੇਕਰ ਅਸੀਂ ਚਾਹੁੰਦੇ ਹਾਂ ਸਾਡੇ ਹਰੇਕ ਪੇਜ ਦੇ ਫੁੱਟਰ ਦੇ ਨੀਚੇ ਇੱਕ ਲਾਈਨ ਪ੍ਰਿੰਟ ਹੁੰਦੀ ਰਹੇ ਤਾਂ ਉਸ ਸਮੇਂ ਅਸੀਂ ਟੀ ਫੁੱਟ ਟੈਗ ਦੀ ਵਰਤੋਂ ਕਰਦੇ ਹਾਂ। ਤਾਂ ਗਾਇਜ਼ ਅਸੀਂ ਉਸ ਨੂੰ ਵੀ ਇਸ ਜਗ੍ਹਾ ਤੇ ਆ ਕੇ ਟੀ ਬੋਡੀ ਟੈਗ ਤੋਂ ਬਾਅਦ ਆ ਕੇ ਅਸੀਂ ਟੀ ਫੁੱਟ ਟੈਗ ਦੀ ਵਰਤੋਂ ਕਰਦੇ ਹਾਂ। ਤਾਂ ਗਾਇਜ਼ ਇਸ ਦੇ ਅੰਦਰ ਵੀ ਅਸੀਂ ਕੋਈ ਨਾ ਕੋਈ ਰੋ ਨੂੰ ਐਡ ਕਰ ਲੈਂਦੇ ਹਾਂ। ਫੋਰ ਐਗਜ਼ਾਮਪਲ ਅਸੀਂ ਇੱਕ PD ਨੂੰ ਯੂਜ਼ ਕਰਦੇ ਤੇ ਇਸ ਦੀ ਜਗ੍ਹਾ ਤੇ ਮੈਸੇਜ ਦਿਸ ਟੇਬਲ ਫੁੱਟਰ ਇੱਕ ਮੈਸੇਜ ਲਿਖ ਦਿੰਦੇ ਹਾਂ ਅਤੇ ਇਸ ਦੇ ਅੰਦਰ ਅਸੀਂ ਕੋਲ ਸਪਿਨ ਕਰ ਲੈਂਦੇ ਹਾਂ।
ਸਾਡੇ ਕੋਲੇ ਸੈੱਲ 1 2 3 ਹਨ ਤਾਂ ਇਸ ਦੀ ਵੈਲਿਊ ਤਾਂ ਜੋ ਸਾਡੇ ਕੋਲੇ ਇਹ ਸੈੱਲ ਨੂੰ ਅਰਥ ਕਰ ਸਕੀਏ ਸੇਵ ਕਰਾਂਗੇ। ਠੀਕ, ਤਾਂ ਗਾਇਜ਼ ਅਸੀਂ ਵੇਖਾਂਗੇ ਸਾਡੇ ਕੋਲ ਸਭ ਤੋਂ ਨੀਚੇ ਹੋ ਗਿਆ ਗਾਇਜ਼ ਇਸ ਦੀ ਆਉਟਪੁੱਟ ਸਾਨੂੰ ਬਰਾਊਜ਼ਰ ਤੇ ਤਾਂ ਕੁਝ ਇਸ ਤਰ੍ਹਾਂ ਵੀ ਕਰੀ ਹੈ, ਬਟ ਜਦੋਂ ਅਸੀਂ ਇਸ ਦੀ PDF ਫਾਈਲ ਦੇ ਵਿੱਚ ਕਨਵਰਟ ਕਰਾਂਗੇ ਤਾਂ ਇਹ ਫੁੱਟਰ ਜੋ ਹੈ ਹੁਣ ਹਰੇਕ ਪੇਜ ਦੇ ਨੀਚੇ ਆ ਕੇ ਦਿਖਾਈ ਦੇਵੇ। ਤਾਂ ਗਾਇਜ਼ ਸੇਮ ਅਸੀਂ ਉਸੇ ਤਰ੍ਹਾਂ ਇਸ ਨੂੰ PDF ਦੇ ਵਿੱਚ ਕਨਵਰਟ ਕਰ ਲੈਂਦੇ ਹਾਂ, ਫਾਈਲ ਨੂੰ ਸੇਵ ਕਰਾਂਗੇ। ਹੁਣ ਅਸੀਂ ਵੇਖਾਂਗੇ ਸਾਡੇ ਟੇਬਲ ਦੀ ਐਕਚੁਅਲ ਵਿੱਚ ਆਉਟਪੁੱਟ। ਤਾਂ ਗਾਇਜ਼ ਅਸੀਂ ਵੇਖ ਰਹੇ ਹਾਂ ਇਹ ਸਾਡਾ ਫਸਟ ਪੇਜ ਹੈ, ਤਾਂ ਇਸ ਦੇ ਠੀਕ ਨੀਚੇ ਫੁੱਟਰ ਤੇ ਇੱਕ ਸਾਡੇ ਕੋਲੇ ਫੁੱਟਰ ਨਜ਼ਰ ਆ ਰਿਹਾ ਹੈ। ਜਿਵੇਂ ਅਸੀਂ ਸੈਕੰਡ ਪੇਜ ਤੇ ਜਾਵਾਂਗੇ ਤਾਂ ਹੁਣ ਵੀ ਸਾਡੇ ਕੋਲੇ ਫੁੱਟਰ ਨਜ਼ਰ ਆ ਰਿਹਾ ਹੈ। ਤਾਂ ਗਾਇਜ਼ ਇਸ ਤਰ੍ਹਾਂ tFoot ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। tFoot ਟੈਗ ਦਾ ਅਰਥ ਟੇਬਲ ਫੁੱਟਰ ਹੁੰਦਾ ਹੈ। ਇਸ ਟੈਗ ਦੀ ਵਰਤੋਂ ਟੇਬਲ ਦਾ ਫੁੱਟਰ ਸੈਕਸ਼ਨ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਵੀ ਇੱਕ ਪੇਜ ਟੈਗ ਹੈ। body ਦੀ ਤਰ੍ਹਾਂ tr ਅਤੇ td ਟੈਗ ਦੇ ਨਾਲ ਹੀ ਕ੍ਰੀਏਟ ਹੁੰਦਾ ਹੈ। ਐਕਚੁਅਲੀ ਇਹਨਾਂ ਤਿੰਨਾਂ ਟੈਗਸ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਬਰਾਊਜ਼ਰ ਇਹਨਾਂ ਐਲੀਮੈਂਟਸ ਦੀ ਵਰਤੋਂ ਕਰਦਿਆਂ ਹੋਇਆ ਟੇਬਲ ਬੋਡੀ ਸੈਕਸ਼ਨ ਨੂੰ ਸਕਰੋਲਿੰਗ ਅਨੇਬਲ ਬਣਾ ਦਿੰਦਾ ਹੈ। ਮੀਨਸ ਟੇਬਲ ਹੈਡਰ ਅਤੇ ਟੇਬਲ ਫੁੱਟਰ ਨੂੰ ਇੰਡੀਪੈਂਡੈਂਟਲੀ ਕਰ ਦੇਵੇਗਾ। ਉਸ ਤੋਂ ਇਲਾਵਾ ਮਲਟੀਪਲ ਪੇजेस ਦੀ ਪ੍ਰਿੰਟਿੰਗ ਟਾਈਮ ਹੈਡਰ ਅਤੇ ਫੁੱਟਰ ਹਰੇਕ ਪੇਜ ਤੇ ਪ੍ਰਿੰਟ ਹੋਣ ਉਸ ਦੇ ਲਈ ਇਹਨਾਂ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਅਸੀਂ ਜਾਣਿਆ ਕਿ ਇਹਨਾਂ ਟੈਗਸ ਦੀ ਵਰਤੋਂ ਕਰਕੇ ਅਸੀਂ ਕਿਸ ਤਰ੍ਹਾਂ ਪ੍ਰਿੰਟਿੰਗ ਟਾਈਮ ਜਾਂ ਅਸੀਂ ਸਾਡੇ ਟੇਬਲ ਦੇ ਹੈਡਰ ਅਤੇ ਫੁੱਟਰ ਸੈਕਸ਼ਨ ਨੂੰ ਕਿਸ ਤਰ੍ਹਾਂ ਸਾਡੀ ਬੋਡੀ ਤੋਂ ਡਿਫਰੈਂਟ ਕਰ ਸਕਦੇ ਹਾਂ। ਤਾਂ ਗਾਇਜ਼ ਹੁਣ ਤੱਕ ਅਸੀਂ ਟੇਬਲਾਂ ਨਾਲ ਸੰਬੰਧਿਤ ਟੈਗਸ ਅਤੇ ਉਹਨਾਂ ਦੇ ਐਟਰੀਬਿਊਟ ਬਾਰੇ ਵਿਸਥਾਰ ਵਿੱਚ ਚਰਚਾ ਕਰ ਚੁੱਕੇ ਹਾਂ, ਜਿਸ ਨਾਲ ਹੁਣ ਅਸੀਂ ਅਜਿਹੀ ਸਥਿਤੀ ਵਿੱਚ ਹਾਂ ਕਿ ਅਸੀਂ ਹੁਣ ਟੇਬਲ ਵਿੱਚ ਡਾਟਾ ਦੇ ਨਾਲ ਬਹੁਤ ਹੀ ਫਲੈਕਸੀਬਿਲਿਟੀ ਨਾਲ ਕੰਮ ਕਰ ਸਕਦੇ ਹਾਂ। HTML ਟੇਬਲ ਵੈਬ ਪੇਜਾਂ ਦੇ ਲੇਆਊਟ ਦਾ ਪ੍ਰਬੰਧਨ ਕਰਨ ਲਈ ਵੀ ਵਰਤੇ ਜਾ ਸਕਦੇ ਹਨ। ਫੋਰ ਐਗਜ਼ਾਮਪਲ ਪੇਜ ਦਾ ਹੈਡਰ ਸੈਕਸ਼ਨ, ਨੈਵੀਗੇਸ਼ਨ ਬਾਰ, ਬੋਡੀ ਕੰਟੈਂਟ, ਫੁੱਟਰ ਸੈਕਸ਼ਨ ਆਦਿ ਬਣਾਉਣ ਲਈ ਟੇਬਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਵੈਬ ਪੇਜਾਂ ਦਾ ਲੇਆਊਟ ਸੈੱਟ ਕਰਨ ਲਈ ਟੇਬਲਾਂ ਦੀ ਬਜਾਏ div ਟੈਗ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਸਾਰੇ ਵੈਬ ਬਰਾਊਜ਼ਰ HTML ਵਿੱਚ ਵਰਤੇ ਜਾਂਦੇ ਸਾਰੇ ਟੈਗਸ ਅਤੇ ਉਹਨਾਂ ਦੇ ਐਟਰੀਬਿਊਟ ਨੂੰ ਸਪੋਰਟ ਨਹੀਂ ਕਰਦੇ। ਇਸ ਲਈ ਇਹ ਸੰਭਵ ਹੈ ਕਿ ਵੈਬ ਬਰਾਊਜ਼ਰਾਂ ਦੇ ਅਨੁਕੂਲਤਾ ਮੁੱਦਿਆਂ ਦੇ ਕਾਰਨ ਕੁਝ ਟੈਗਸ ਜਾਂ ਐਟਰੀਬਿਊਟ ਸਾਰੇ ਵੈਬ ਬਰਾਊਜ਼ਰਾਂ ਵਿੱਚ ਉਮੀਦ ਅਨੁਸਾਰ ਕੰਮ ਨਾ ਕਰਨ। ਤਾਂ ਅਜਿਹੀ ਸਥਿਤੀ ਵਿੱਚ HTML ਡਾਕੂਮੈਂਟ ਦੀ ਅਨੁਮਾਨਿਤ ਆਉਟਪੁੱਟ ਪ੍ਰਾਪਤ ਕਰਨ ਦੇ ਲਈ HTML ਪ੍ਰੋਗਰਾਮ ਨੂੰ ਵੱਖੋ ਵੱਖਰੇ ਬਰਾਊਜ਼ਰਾਂ ਵਿੱਚ ਚਲਾ ਕੇ ਆਉਟਪੁੱਟ ਨੂੰ ਟੈਸਟ ਕੀਤਾ ਜਾ ਸਕਦਾ ਹੈ। ਇਹ ਸੀ ਸਾਡੇ ਕੋਲ HTML ਟੇਬਲ। HTML ਟੇਬਲ ਵੀਡੀਓ ਰਾਹੀਂ ਮੈਂ ਤੁਹਾਨੂੰ HTML ਟੇਬਲ ਦੀ ਪੂਰੀ ਜਾਣਕਾਰੀ ਦੇ ਦਿੱਤੀ ਹੈ। ਤੁਸੀਂ ਜਾਣਿਆ HTML ਟੇਬਲ ਕੀ ਹੈ, HTML ਟੇਬਲ ਨੂੰ ਕ੍ਰੀਏਟ ਕਰਨ ਲਈ ਕਿਹੜੇ ਟੈਗਸ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਇਲਾਵਾ ਤੁਸੀਂ ਟੇਬਲ ਦੇ ਇੰਪੋਰਟੈਂਟ ਐਟਰੀਬਿਊਟ ਬਾਰੇ ਵੀ ਕੋਡਿੰਗ ਰਾਹੀਂ ਸਮਝਿਆ। ਤਾਂ ਮੈਨੂੰ ਉਮੀਦ ਹੈ ਇਹ ਵੀਡੀਓ ਤੁਹਾਡੇ ਲਈ ਯੂਜ਼ਫੁਲ ਸਾਬਤ ਹੋਵੇਗੀ। ਤਾਂ ਮਿਲਦੇ ਹਾਂ HTML ਦੀ ਨੈਕਸਟ ਵੀਡੀਓ ਵਿੱਚ ਟੇਬਲ ਵਿਦ CSS। ਥੈਂਕ ਯੂ।